Hello everyone, good afternoon, welcome to Saber Classes। ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਆਪਾਂ ਸੀਟੈਟ ਦਾ ਪੇਪਰ ਡਿਸਕਸ ਕਰਨ ਜਾ ਰਹੇ ਹਾਂ ਜੀ, ਜੋ ਕਿ ਪੰਜਾਬੀ ਲੈਂਗੁਏਜ ਦਾ ਹੈ। ਇਸ ਤੋਂ ਪਹਿਲਾਂ ਆਪਾਂ ਸੀਟੈਟ ਦੇ ਪੇਪਰ ਫਸਟ ਤੇ ਸੈਕੰਡ ਦੇ ਕੁੱਲ 9 ਪੇਪਰ ਪੰਜਾਬੀ ਲੈਂਗੁਏਜ ਦੇ ਡਿਸਕਸ ਕਰ ਚੁੱਕੇ ਹਾਂ। ਅੱਜ ਜਿਹੜਾ ਆਪਾਂ ਪੇਪਰ ਡਿਸਕਸ ਕਰਨ ਜਾ ਰਹੇ ਹਾਂ ਉਹ ਦਸੰਬਰ 2018 ਦਾ ਪੇਪਰ ਫਸਟ ਹੈ ਜੀ, ਤੇ ਲੈਂਗੁਏਜ ਸੈਕੰਡ ਹੈ, ਜੋ ਕਿ ਇੱਕ ਪੈਰਾ ਰਚਨਾ ਨਾਲ ਸ਼ੁਰੂ ਹੁੰਦਾ ਹੈ ਜੀ। ਇਸ ਦੇ ਨਾਲ ਹੀ ਤੁਹਾਨੂੰ ਇੱਕ ਖਾਸ ਜਾਣਕਾਰੀ ਦੇ ਦਈਏ ਕਿ ਜਿਹੜੇ ਸਾਥੀ ਸੀਟੈਟ ਦੀ ਤਿਆਰੀ ਕਰ ਰਹੇ ਆ ਜੀ ਸਾਬਰ ਕਲਾਸ ਦੇ ਵਿੱਚ, ਉਹਨਾਂ ਲਈ ਫ੍ਰੀ WhatsApp ਗਰੁੱਪ ਬਣਿਆ ਹੋਇਆ ਹੈ। ਇਸ ਗਰੁੱਪ ਦੇ ਵਿੱਚ ਜੁਆਇਨ ਹੋਣ ਲਈ ਤੁਸੀਂ ਆਪਣਾ ਨੇਮ, ਸੀਟੈਟ ਤੇ ਸਟੇਟ WhatsApp ਗਰੁੱਪ ਦੇ ਵਿੱਚ ਮੈਸੇਜ ਦੇ ਵਿੱਚ ਟਾਈਪ ਕਰਕੇ ਇਹਨਾਂ ਕੰਟੈਕਟ ਨੰਬਰ ਦੇ ਉੱਪਰ ਤੁਸੀਂ ਮੈਸੇਜ ਸੈਂਡ ਕਰਨਾ ਹੈ ਜੀ। ਜਲਦੀ ਹੀ ਤੁਸੀਂ ਇਸ ਗਰੁੱਪ ਦੇ ਵਿੱਚ ਜੁੜ ਕੇ ਸੀਟੈਟ ਸੰਬੰਧੀ ਹਰੇਕ ਸਬਜੈਕਟ ਦੀ ਜਿਹੜੀ ਹੈ ਵਧੀਆ ਜਾਣਕਾਰੀ ਹਾਸਲ ਕਰ ਪਾਓਗੇ। ਇੱਕ ਫ੍ਰੀ ਟੈਲੀਗ੍ਰਾਮ ਗਰੁੱਪ ਵੀ ਜਿਹੜਾ ਹੈ ਸਾਬਰ ਕਲਾਸਿਸ ਦੇ ਵਿੱਚ ਸ਼ੁਰੂ ਕੀਤਾ ਜਾ ਚੁੱਕਿਆ ਜੀ। ਤਾਂ ਇਸ ਦੇ ਵਿੱਚ ਤੁਸੀਂ ਸਰਚ ਦੇ ਵਿੱਚ ਸਾਵਲ ਸੀਟੈਟ ਟਾਈਪ ਕਰਕੇ ਇਸ ਗਰੁੱਪ ਦੇ ਵਿੱਚ ਤੁਸੀਂ ਜੁੜ ਕੇ ਹਰੇਕ ਸਬਜੈਕਟ ਦੀ PDF ਜਿਹੜੀ ਹੈ ਉਹ ਤੁਸੀਂ ਇਸ ਗਰੁੱਪ ਦੇ ਵਿੱਚ ਤੁਹਾਨੂੰ ਮਿਲ ਜਾਏਗੀ, ਜੋ ਕਿ ਤੁਹਾਡੀ ਸੀਟੈਟ ਦੀ ਤਿਆਰੀ ਦੇ ਵਿੱਚ ਇੱਕ ਚੰਗਾ ਇਜ਼ਾਫਾ ਕਰੇਗੀ ਜੀ। ਆਓ ਫਿਰ ਆਪਾਂ ਪੇਪਰ ਸ਼ੁਰੂ ਕਰਦੇ ਹਾਂ ਜੀ। ਇਸ ਦੇ ਵਿੱਚ ਜਿਵੇਂ ਕਿ ਆਪਾਂ ਗੱਲ ਕਰਦੇ ਹਾਂ ਕਿ ਪੈਡਾਗੋਗੀ ਦੇ ਕੁਝ ਕੁਐਸਚਨ ਹਨ, ਬਿਲਕੁਲ ਓਰੀਜਨਲ ਪੇਪਰ ਹੈ ਜੀ ਇਹ। ਪ੍ਰਾਇਮਰੀ ਸਕੂਲ ਦੇ ਕਿਸ ਵਿਦਿਆਰਥੀ ਵਿੱਚ ਸੁਣਨ ਤੇ ਬੋਲਣ ਕੌਸ਼ਲ ਨੂੰ ਵਿਕਸਿਤ ਕਰਨ ਲਈ ਹੇਠ ਲਿਖਿਆਂ ਵਿੱਚੋਂ ਕਿਹੜੀ ਰਣਨੀਤੀ ਵਧੇਰੇ ਉਪਯੋਗੀ ਹੈ? ਕਹਾਣੀ ਸੁਣਨ ਤੇ ਸੁਲੇਖ ਦੇਣਾ, ਕਵਿਤਾ ਪਾਠ ਅਤੇ ਭਾਸ਼ਾਈ ਪ੍ਰਯੋਗਸ਼ਾਲਾ, ਅਭਿਨੈ ਅਤੇ ਖਬਰਾਂ ਪੜ੍ਹਨੀਆਂ, ਤੇ ਚੌਥਾ ਹੈ ਅਭਿਨੈ ਅਤੇ ਸੰਵਾਦ ਜੀ। ਤਾਂ ਬਿਲਕੁਲ ਇਸ ਦਾ ਸਹੀ ਆਨਸਰ ਆਏਗਾ ਜੀ ਫੋਰਥ। ਬੱਚਿਆਂ ਨੂੰ ਜਿਹੜਾ ਬੋਲਣ ਕੌਸ਼ਲ ਅਤੇ ਸੁਣਨ ਕੌਸ਼ਲ ਦੇ ਵਿੱਚ ਜਿਹੜਾ ਹੈ ਉਹ ਅਭਿਨੈ ਕਰਵਾਇਆ ਜਾਵੇ, ਅਤੇ ਸੰਵਾਦ ਜਾਂ ਆਪਾਂ ਗੱਲ ਕਰੀਏ ਗੱਲਬਾਤ ਕਰਨ ਦਾ ਮੌਕਾ ਜਿਹੜਾ ਹੈ ਵੱਧ ਤੋਂ ਵੱਧ ਦਿੱਤਾ ਜਾਵੇ, ਤਾਂ ਬੱਚੇ ਸੁਣਨ ਅਤੇ ਬੋਲਣ ਕੌਸ਼ਲ ਦੇ ਵਿੱਚ ਵਿਕਸਿਤ ਜਿਹੜਾ ਹੈ ਵਧੀਆ ਢੰਗ ਨਾਲ ਹੋ ਪਾਉਣਗੇ ਜੀ। ਪ੍ਰਸ਼ਨ ਨੰਬਰ 122 ਦੇਖਦੇ ਹਾਂ, ਭਾਸ਼ਾ ਦੀ ਉਪਚਾਰਾਤਮਕ ਸਿੱਖਿਆ ਦਾ ਉਦੇਸ਼ ਕੀ ਹੈ ਜੀ? ਉਪਚਾਰਾਤਮਕ ਨੂੰ ਨਿਦਾਨਾਤਮਕ ਵੀ ਕਹਿ ਦਿੰਦੇ ਆ, ਠੀਕ ਹੈ, ਹੱਲ ਕਰਨਾ ਮਤਲਬ ਕਿਸੇ ਸਮੱਸਿਆਵਾਂ ਦਾ। ਵਿਦਿਆਰਥੀਆਂ ਦੀ ਸ਼ੁਰੂਆਤੀ ਗਲਤੀਆਂ ਨੂੰ ਸੁਧਾਰਨਾ, ਗਿਆਨ ਸੰਬੰਧੀ ਗਲਤੀਆਂ ਵਿੱਚ ਸੁਧਾਰ, ਵਿਦਿਆਰਥੀਆਂ ਵਿੱਚ ਆਤਮ ਵਿਸ਼ਵਾਸ ਦੀ ਭਾਵਨਾ ਨੂੰ ਵਿਕਸਿਤ ਕਰਨਾ, ਅਤੇ ਉਪਰੋਕਤ ਸਾਰੇ। ਇਸ ਦਾ ਸਹੀ ਆਨਸਰ ਆਏਗਾ ਫੋਰਥ ਆਪਸ਼ਨ, ਉਪਰੋਕਤ ਸਾਰੇ। ਪ੍ਰਸ਼ਨ ਨੰਬਰ 123 ਦੇਖਦੇ ਹਾਂ ਜੀ, ਭਾਸ਼ਾ ਦੀ ਆਮ ਸਮਝ ਲਈ ਮੁਲਾਂਕਣ ਵਿੱਚ ਸਭ ਤੋਂ ਵੱਧ ਢੁਕਵੇਂ ਪ੍ਰਸ਼ਨ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਆ ਜੀ? ਹਾਂਜੀ, ਭਾਸ਼ਾ ਦੀ ਆਮ ਸਮਝ ਦੇ ਮੁਲਾਂਕਣ ਲਈ ਅਤੀ ਲਘੂ ਉੱਤਰ ਵਾਲੇ ਪ੍ਰਸ਼ਨ, ਲੰਮੇ ਉੱਤਰ ਵਾਲੇ ਪ੍ਰਸ਼ਨ, ਨਿਬੰਧਾਤਮਕ ਪ੍ਰਸ਼ਨ ਜਾਂ ਵਸਤੂਨਿਸ਼ਟ ਪ੍ਰਸ਼ਨ ਜੀ। ਤਾਂ ਭਾਸ਼ਾ ਦੀ ਜਿਹੜੀ ਆਮ ਸਮਝ ਹੈ ਉਸ ਦਾ ਸਹੀ ਆਨਸਰ ਆਏਗਾ ਫਸਟ ਆਪਸ਼ਨ, ਅਤੀ ਲਘੂ ਉੱਤਰ ਵਾਲੇ ਪ੍ਰਸ਼ਨ, ਮਤਲਬ ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਜੀ। ਕਿਉਂਕਿ ਵਾਰ-ਵਾਰ ਜਾਂ ਛੋਟੇ-ਛੋਟੇ ਜ਼ਿਆਦਾ ਬੱਚਿਆਂ ਨੂੰ ਪ੍ਰਸ਼ਨ ਪੁੱਛੇ ਜਾਣਗੇ ਤਾਂ ਭਾਸ਼ਾ ਦੀ ਉਨੀ ਹੀ ਸਮਝ ਦਾ ਮੁਲਾਂਕਣ ਵਧੀਆ ਹੋ ਪਾਏਗਾ ਜੀ। ਕਿਉਂਕਿ ਜਦੋਂ ਅਧਿਆਪਕ ਦੁਆਰਾ ਵੱਧ ਤੋਂ ਵੱਧ ਪ੍ਰਸ਼ਨ ਪੁੱਛੇ ਜਾਣਗੇ ਤਾਂ ਬੱਚੇ ਉਸ ਨੂੰ ਸੁਣਨਗੇ, ਸਮਝਣਗੇ ਅਤੇ ਉਸ ਦਾ ਪ੍ਰਤੀਕਿਰਿਆ ਰੂਪ ਦੇ ਵਿੱਚ ਉੱਤਰ ਦੇਣ ਦੀ ਕੋਸ਼ਿਸ਼ ਕਰਨਗੇ ਜੀ। ਪ੍ਰਸ਼ਨ ਨੰਬਰ 124 ਦੇਖਦੇ ਹਾਂ, ਇਹ ਕਥਨ ਕਿਸ ਦਾ ਹੈ ਜੀ? ਬੱਚੇ ਭਾਸ਼ਾ ਸਿੱਖਣ ਦੀ ਜਨਮਜਾਤ ਸਮਰੱਥਾ ਲੈ ਕੇ ਪੈਦਾ ਹੁੰਦੇ ਹਨ ਜੀ। ਮਤਲਬ ਸਮਰੱਥਾ ਜਨਮਜਾਤ ਹੁੰਦੀ ਹੈ, ਯੋਗਤਾ ਮਤਲਬ ਬੱਚੇ ਨੂੰ ਕੋਈ ਵੀ ਭਾਸ਼ਾ ਸਿਖਾ ਦਿਓ ਉਸਨੇ ਸਿੱਖ ਹੀ ਲੈਣੀ ਹੈ, ਚਾਹੇ ਉਹ ਪੰਜਾਬੀ ਹੋਵੇ, ਹਿੰਦੀ ਹੋਵੇ, ਇੰਗਲਿਸ਼ ਹੋਵੇ, ਫ੍ਰੈਂਚ ਹੋਵੇ, ਠੀਕ ਹੈ। ਕੋਈ ਵੀ ਦੁਨੀਆ ਦੀ ਭਾਸ਼ਾ ਬੱਚੇ ਨੂੰ ਸਿਖਾਈ ਜਾ ਸਕਦੀ ਹੈ। ਕਿਉਂ ਸਿਖਾਈ ਜਾ ਸਕਦੀ ਹੈ? ਕਿਉਂਕਿ ਬੱਚਾ ਜਿਹੜਾ ਹੈ ਜਨਮਜਾਤ ਹੀ ਭਾਸ਼ਾ ਸਿੱਖਣ ਦੀ ਜਿਹੜੀ ਹੈ ਯੋਗਤਾ ਉਸ ਦੇ ਵਿੱਚ ਹੁੰਦੀ ਹੈ। ਇਹ ਕਿਸ ਨੇ ਕਿਹਾ ਜੀ? ਕਿਸ ਸਿੱਖਿਆ ਮਨੋਵਿਗਿਆਨ ਨੇ ਕਿਹਾ? ਜੀਨ ਪਿਆਜੇ, ਚੋਮਸਕੀ, ਵਾਇਗੋਤਸਕੀ ਜਾਂ ਪਾਵਲੋਵ ਜੀ। ਤਾਂ ਆਪਾਂ ਨੂੰ ਪਤਾ ਹੀ ਹੈ ਇਸ ਦਾ ਸਹੀ ਆਨਸਰ ਆਏਗਾ ਦੂਸਰਾ ਆਪਸ਼ਨ, ਚੋਮਸਕੀ ਨੇ ਇਹ ਕਿਹਾ ਸੀਗਾ ਜੀ, ਠੀਕ ਹੈ। ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਜੀ, ਇਹ ਕਈ ਵਾਰ ਪੇਪਰ ਦੇ ਵਿੱਚ ਰਿਪੀਟ ਹੋ ਚੁੱਕਿਆ ਹੈ। ਅੱਗੇ ਚੱਲਦੇ ਹਾਂ ਪ੍ਰਸ਼ਨ ਨੰਬਰ 125 ਦੇ ਉੱਪਰ, ਜੇਕਰ ਕੋਈ ਲੜਕੀ ਹਿੰਦੀ ਖੇਤਰ ਤੋਂ ਤੁਹਾਡੇ ਖੇਤਰ ਵਿੱਚ ਆਉਂਦੀ ਹੈ
ਤੇ ਉਹ ਤੁਹਾਡੀ ਭਾਸ਼ਾ ਦਾ ਪ੍ਰਯੋਗ ਕਰਦੇ ਸਮੇਂ ਗਲਤੀ ਕਰਦੀ ਹੈ, ਉਸ ਸਮੇਂ ਇੱਕ ਅਧਿਆਪਕ ਵਜੋਂ ਤੁਸੀਂ ਇਹਨਾਂ ਵਿੱਚੋਂ ਕਿਹੜੇ ਕਥਨ ਨੂੰ ਠੀਕ ਮੰਨੋਗੇ? ਆਪਸ਼ਨ ਪਹਿਲਾ ਹੈ ਜੀ, ਉਸ ਨੂੰ ਉਸ ਦੀ ਗਲਤੀ ਬਾਰੇ ਬਾਰ-ਬਾਰ ਯਾਦ ਕਰਵਾਉਣਾ ਚਾਹੀਦਾ ਹੈ, ਉਸ ਨੂੰ ਭਾਸ਼ਾ ਦੇ ਪ੍ਰਯੋਗ ਦੇ ਹੋਰ ਮੌਕੇ ਦੇਣੇ ਚਾਹੀਦੇ ਹਨ, ਉਸ ਨੂੰ ਭਾਸ਼ਾ ਬੋਲਣ ਲਈ ਘੱਟੋ ਘੱਟ ਅੱਧਾ ਘੰਟਾ ਰੋਜ਼ ਅਭਿਆਸ ਕਰਨ ਲਈ ਕਹਿਣਾ ਚਾਹੀਦਾ ਹੈ, ਨਵੀਂ ਭਾਸ਼ਾ ਦੇ ਪ੍ਰਯੋਗ ਵਿੱਚ ਉਸ ਦੀ ਮਾਂ ਬੋਲੀ ਦੇ ਪ੍ਰਭਾਵ ਦੀ ਛੋਟ ਉਸ ਨੂੰ ਨਹੀਂ ਦੇਣੀ ਚਾਹੀਦੀ। ਤਾਂ ਸਹੀ ਆਨਸਰ ਆਏਗਾ ਇਸ ਦਾ ਦੂਸਰਾ ਆਪਸ਼ਨ, ਉਸ ਨੂੰ ਭਾਸ਼ਾ ਦੇ ਪ੍ਰਯੋਗ ਦੇ ਹੋਰ ਮੌਕੇ ਦੇਣੇ ਚਾਹੀਦੇ ਹਨ ਜੀ। ਠੀਕ ਹੈ, ਵੱਧ ਤੋਂ ਵੱਧ ਮੌਕੇ ਦਿੱਤੇ ਜਾਣ ਉਸ ਨੂੰ, ਤਾਂ ਉਸ ਦੀ ਜਿਹੜੀ ਹੈ ਭਾਸ਼ਾ ਦੇ ਵਿੱਚ ਸੁਧਾਰ ਆਏਗਾ। ਪ੍ਰਸ਼ਨ ਨੰਬਰ 126 ਦੇਖਦੇ ਹਾਂ, ਹੇਠ ਲਿਖੇ ਵਿੱਚੋਂ ਕਿਹੜੇ ਉਦੇਸ਼ ਲਈ ਭਾਸ਼ਾ ਸਿੱਖਣ ਦੀ ਲੋੜ ਨਹੀਂ ਹੈ ਜੀ? ਠੀਕ ਹੈ, ਭਾਸ਼ਾ ਦੀ ਲੋੜ ਸਿੱਖਣ ਦੀ ਜਿਹੜੀ ਹੈ ਉਹ ਬਹੁਤ ਵੱਡੇ ਖੇਤਰਾਂ ਦੇ ਵਿੱਚ ਹੁੰਦੀ ਹੈ, ਪਰੰਤੂ ਅਜਿਹਾ ਕੋਈ ਖੇਤਰ ਹੈ ਜਿਸ ਦੇ ਵਿੱਚ ਲੋੜ ਨਹੀਂ ਹੈ ਜੀ, ਉਸ ਦੀ ਪਹਿਚਾਣ ਕਰਨੀ ਹੈ। ਜੀਵਨ ਦੇ ਵਿਭਿੰਨ ਪੜਾਵਾਂ ਨੂੰ ਜਾਣਨ ਲਈ, ਭਾਸ਼ਾ ਦੇ ਬੋਧ ਨੂੰ ਸਿੱਖਣ ਲਈ, ਆਂਤਰਿਕ ਸਵਰ ਨੂੰ ਕਹਿਣ ਅਤੇ ਸੁਣਨ ਲਈ, ਜੀਵਨ ਦੀਆਂ ਵਿਭਿੰਨ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਜੀ। ਤਾਂ ਇਸ ਦਾ ਆਨਸਰ ਆਏਗਾ ਜੀ ਆਪਣੇ ਕੋਲੇ ਦੂਸਰਾ ਆਪਸ਼ਨ, ਭਾਸ਼ਾ ਦੀ ਬੋਧ ਨੂੰ ਸਿੱਖਣ ਲਈ ਜੀ। ਠੀਕ ਹੈ, ਤਾਂ ਇਸ ਦੇ ਵਿੱਚ ਦੇਖੋ ਜੀ, ਆਪਾਂ ਗੱਲ ਕਰਦੇ ਜੀਵਨ ਦੇ ਵਿਭਿੰਨ ਪੜਾਵਾਂ ਨੂੰ ਜਾਣਨ ਲਈ ਸਿੱਖਣ ਦੀ ਲੋੜ ਪੈਂਦੀ ਹੈ, ਆਂਤਰਿਕ ਸਵਰ ਨੂੰ ਕਹਿਣ ਅਤੇ ਸੁਣਨ ਦੀ ਵੀ ਲੋੜ ਪੈਂਦੀ ਹੈ ਜੀ, ਜੀਵਨ ਦੀਆਂ ਜ਼ਰੂਰਤਾਂ ਵਿਭਿੰਨ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਲੋੜ ਪੈਂਦੀ ਹੈ। ਠੀਕ ਹੈ, ਭਾਸ਼ਾ ਦੀ ਬੋਧ ਨੂੰ ਸਿੱਖਣ ਲਈ ਇਸ ਦੇ ਵਿੱਚ ਭਾਸ਼ਾ ਦਾ ਜਿਹੜਾ ਹੈ ਉਹ ਉਦੇਸ਼ ਇਸ ਦੇ ਵਿੱਚ ਨਹੀਂ ਹੈ ਜੀ। ਪ੍ਰਸ਼ਨ ਹੈ ਜੀ ਅੱਗੇ 127 ਨੰਬਰ, ਭਾਸ਼ਾ ਦੇ ਸੰਦਰਭ ਵਿੱਚ ਨਿਬੰਧਾਤਮਕ ਪ੍ਰਸ਼ਨਾਂ, ਨਿਬੰਧ ਐਸੇ ਟਾਈਪ ਪ੍ਰਸ਼ਨ ਜੀ ਵਿੱਚੋਂ ਪ੍ਰੀਖਿਆ ਦਾ ਲਾਭ ਹੇਠ ਲਿਖਿਆਂ ਵਿੱਚੋਂ ਕਿਹੜਾ ਹੈ ਜੀ? ਬਹੁਤ ਹੀ ਇੰਪੋਰਟੈਂਟ ਪ੍ਰਸ਼ਨ ਹੈ ਜੀ, ਕਈ ਵਾਰ ਪੀਐਸਟੈਟ ਦੇ ਵਿੱਚ ਤੇ ਸੀਟੈਟ ਦੇ ਵਿੱਚ ਵੀ ਆ ਜਾਂਦਾ ਹੈ ਜੀ। ਉਹ ਵਿਦਿਆਰਥੀ ਦੀ ਉਸ ਯੋਗਤਾ ਦਾ ਮੁਲਾਂਕਣ ਕਰਨ ਵਿੱਚ ਸਹਾਇਕ ਹੈ ਜਿਸ ਰਾਹੀਂ ਉਹ ਆਪਣੇ ਵਿਚਾਰਾਂ ਨੂੰ ਲਿਖਤ ਭਾਸ਼ਾ ਵਿੱਚ ਸੰਗਠਿਤ ਰੂਪ ਵਿੱਚ ਪੇਸ਼ ਕਰਦਾ ਹੈ। ਇਹ ਵਿਦਿਆਰਥੀ ਨੂੰ ਪ੍ਰੀਖਿਆ ਲਈ ਸਿਰਫ ਕੁਝ ਪ੍ਰਸ਼ਨਾਂ ਦੇ ਉੱਤਰ ਦੀ ਤਿਆਰੀ ਕਰਨ ਵਿੱਚ ਸਹਾਇਕ ਹੁੰਦਾ ਹੈ। ਤੀਸਰਾ ਆਪਸ਼ਨ, ਵਿਦਿਆਰਥੀਆਂ ਨੇ ਸਿਰਫ ਕੁਝ ਪ੍ਰਸ਼ਨਾਂ ਦੇ ਉੱਤਰ ਹੀ ਤਿਆਰ ਕਰਨੇ ਹੁੰਦੇ ਹਨ, ਇਸ ਤਰ੍ਹਾਂ ਉਹ ਪੜ੍ਹਾਈ ਦੇ ਸਮੇਂ ਨੂੰ ਬਚਾ ਲੈਂਦੇ ਹਨ। ਇਹ ਪੂਰੇ ਪਾਠਕ੍ਰਮ ਦਾ ਸਮਾਵੇਸ਼ ਕਰ ਸਕਦਾ ਹੈ। ਇਸ ਦਾ ਸਹੀ ਆਨਸਰ ਆਏਗਾ ਜੀ ਪਹਿਲਾ ਆਪਸ਼ਨ, ਇਹ ਵਿਦਿਆਰਥੀ ਦੀ ਉਸ ਯੋਗਤਾ ਦਾ ਮੁਲਾਂਕਣ ਕਰਨ ਵਿੱਚ ਸਹਾਇਕ ਹੈ ਜਿਸ ਰਾਹੀਂ ਉਹ ਆਪਣੇ ਵਿਚਾਰਾਂ ਨੂੰ ਲਿਖਤ ਭਾਸ਼ਾ ਵਿੱਚ ਸੰਗਠਿਤ ਰੂਪ ਨਾਲ ਪੇਸ਼ ਕਰਦਾ ਹੈ ਜੀ। ਠੀਕ ਹੈ, ਨਿਬੰਧਾਤਮਕ ਐਸੇ ਪ੍ਰਸ਼ਨਾਂ ਦੇ ਰੂਪ ਦੇ ਵਿੱਚ ਆਪਣੇ ਜਿਹੜੇ ਵਿਚਾਰਾਂ ਨੂੰ ਉਹ ਠੀਕ ਢੰਗ ਨਾਲ ਸੰਗਠਿਤ ਰੂਪ ਦੇ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ ਜੀ। ਪ੍ਰਸ਼ਨ ਨੰਬਰ 128 ਦੇਖਦੇ ਹਾਂ, ਵਿਸ਼ੇਸ਼ ਪ੍ਰਕਿਰਤੀ ਦੇ ਬੱਚੇ ਯਾਨੀ ਕਿ ਚਿਲਡਰਨ ਵਿਦ ਸਪੈਸ਼ਲ ਨੀਡਸ ਨੂੰ ਲੇਖਣ ਕੌਸ਼ਲ ਲਈ ਕਿਸ ਦੀ ਜ਼ਰੂਰਤ ਪੈਂਦੀ ਹੈ? ਜਿਹੜੇ ਬੱਚੇ ਵਿਸ਼ੇਸ਼ ਪ੍ਰਕਿਰਤੀ ਦੇ ਬੱਚੇ ਹੁੰਦੇ ਆ ਜੀ। ਵਿਚਾਰਾਂ ਦੀ ਮੌਲਿਕਤਾ, ਪ੍ਰਤੀਕਾਤਮਕ ਭਾਸ਼ਾ ਦਾ ਪ੍ਰਯੋਗ, ਸਹੀ ਸ਼ਬਦਾਵਲੀ ਦਾ ਪ੍ਰਯੋਗ ਜਾਂ ਸੁੰਦਰ ਲਿਖਾਈ। ਇਸ ਦਾ ਸਹੀ ਆਏਗਾ ਜੀ ਆਪਸ਼ਨ ਨੰਬਰ ਤੀਸਰਾ, ਇਸ ਦਾ ਸਹੀ ਆਨਸਰ ਹੈ ਸਹੀ ਸ਼ਬਦਾਵਲੀ ਦਾ ਪ੍ਰਯੋਗ, ਕਿਉਂਕਿ ਬੱਚੇ ਵਿਸ਼ੇਸ਼ ਪ੍ਰਕਿਰਤੀ ਦੇ ਬੱਚੇ ਹੈ, ਚਿਲਡਰਨ ਵਿਦ ਸਪੈਸ਼ਲ ਨੀਡ ਹੈ। ਜੇ ਸਧਾਰਨ ਬੱਚੇ ਹੁੰਦੇ ਫਿਰ ਆਉਣਾ ਸੀ ਆਪਣਾ ਪਹਿਲਾ ਆਪਸ਼ਨ ਜੀ, ਜੇ ਸਧਾਰਨ ਬੱਚੇ ਹੁੰਦੇ, ਪਰ ਇੱਥੇ ਕੀ ਆਪਣੇ ਕੋਲੇ ਵਿਸ਼ੇਸ਼ ਪ੍ਰਕਿਰਤੀ ਦੇ ਬੱਚੇ, ਇਸ ਲਈ ਸਹੀ ਸ਼ਬਦਾਵਲੀ ਦਾ ਪ੍ਰਯੋਗ ਉਹਨਾਂ ਲਈ ਜ਼ਰੂਰੀ ਹੈ। 129 ਨੰਬਰ ਦੇਖੋ ਜੀ, ਭਾਸ਼ਾ ਵਿੱਚ ਨਿਰੰਤਰ ਅਤੇ ਵਿਆਪਕ ਮੁਲਾਂਕਣ ਲਈ ਕਿਹੜੀ ਗੱਲ ਉੱਪਰ ਜ਼ੋਰ ਦੇਣਾ ਚਾਹੀਦਾ ਹੈ ਜੀ? ਠੀਕ ਸ਼ਬਦਾਵਲੀ, ਪ੍ਰਯੋਜਨਾ ਕਾਰਜ, ਉੱਚ ਸ਼ੁੱਧ ਉਚਾਰਨ ਜਾਂ ਭਾਸ਼ਾ ਦੇ ਵਿਭਿੰਨ ਸੰਦਰਭਾਂ ਵਿੱਚ ਪ੍ਰਯੋਗ ਕਰਨ ਦੀ ਯੋਗਤਾ। ਤਾਂ ਸਹੀ ਆਨਸਰ ਹੈ ਜੀ ਫੋਰਥ ਆਪਸ਼ਨ, ਭਾਸ਼ਾ ਦੇ ਵਿਭਿੰਨ ਸੰਦਰਭਾਂ ਵਿੱਚ ਪ੍ਰਯੋਗ ਕਰਨ ਦੀ ਯੋਗਤਾ ਜਿਹੜੀ ਹੈ ਭਾਸ਼ਾ ਦੀ ਨਿਰੰਤਰ ਅਤੇ ਵਿਆਪਕ ਮੁਲਾਂਕਣ ਲਈ ਬਹੁਤ ਹੀ ਜ਼ਰੂਰੀ ਹੈ ਜੀ। ਪ੍ਰਸ਼ਨ ਨੰਬਰ ਅੱਗਾ ਆਪਾਂ ਦੇਖਦੇ ਹਾਂ ਜੀ 130 ਨੰਬਰ, ਬਹੁ ਭਾਸ਼ਾਵਾਦ ਹੈ ਜੀ। ਬਹੁਤ ਵਾਰ ਪੇਪਰ ਦੇ ਵਿੱਚ ਰਿਪੀਟ ਹੋ ਜਾਂਦਾ ਕੁਐਸਚਨ ਨੇ, ਪੀਐਸਟੈਟ ਦੇ ਵਿੱਚ ਵੀ ਤੇ ਸੀਟੈਟ ਦੇ ਵਿੱਚ ਵੀ। ਬਹੁ ਭਾਸ਼ਾਵਾਦ ਕੀ ਹੈ ਜੀ? ਭਾਸ਼ਾ ਸਿਖਾਉਣ ਵਿੱਚ ਇੱਕ ਰੁਕਾਵਟ ਹੈ? ਨਹੀਂ ਜੀ। ਭਾਸ਼ਾ ਸਾਧਨਾਂ ਲਈ ਖਤਰਨਾਕ ਹੈ? ਇਹ ਵੀ ਨਹੀਂ ਹੈ। ਭਾਸ਼ਾ ਸਿੱਖਣ ਵਿੱਚ ਇੱਕ ਮਹੱਤਵਪੂਰਨ ਸਾਧਨ ਹੈ? ਇਹ ਹੈ ਜੀ। ਅੱਗੇ ਦੇਖਦੇ ਹਾਂ, ਭਾਸ਼ਾ ਸਿੱਖਣ ਵਿੱਚ ਇੱਕ ਰੁਕਾਵਟ ਹੈ। ਤਾਂ ਇਸ ਦਾ ਸਹੀ ਆਨਸਰ ਹੈ ਜੀ ਆਪਣੇ ਕੋਲੇ ਤੀਸਰਾ ਆਪਸ਼ਨ, ਭਾਸ਼ਾ ਸਿੱਖਣ ਵਿੱਚ ਇੱਕ ਮਹੱਤਵਪੂਰਨ ਸਾਧਨ ਹੈ। ਬਹੁ ਭਾਸ਼ਾਵਾਦ ਹੁੰਦਾ ਕਿ ਇੱਕ ਸ਼੍ਰੇਣੀ ਦੇ ਵਿੱਚ ਇੱਕ ਤੋਂ ਵੱਧ ਭਾਸ਼ਾਵਾਂ ਦਾ ਪ੍ਰਯੋਗ ਕੀਤਾ ਜਾਵੇ, ਤਾਂ ਉਸ ਦੇ ਵਿੱਚ ਬੱਚਿਆਂ ਦੇ ਸ਼ਬਦ ਭੰਡਾਰ ਦੇ ਵਿੱਚ, ਗਿਆਨ ਦੇ ਵਿੱਚ ਵਾਧਾ ਹੋਏਗਾ ਜੀ। ਤਾਂ ਇਸ ਲਈ ਇਹ ਭਾਸ਼ਾ ਸਿੱਖਣ ਵਿੱਚ ਇੱਕ ਮਹੱਤਵਪੂਰਨ ਸਾਧਨ ਹੈ। ਜਿਵੇਂ ਕਿ ਆਪਾਂ ਗੱਲ ਕਰੀਏ ਕਿ ਬੱਚੇ ਨੂੰ ਪੰਜਾਬੀ ਭਾਸ਼ਾ ਸਿਖਾਉਣੀ ਹੈ,
ਤਾਂ ਉਸ ਦੀ ਮਾਤਰ ਭਾਸ਼ਾ ਦਾ ਵੀ ਕੀ ਹੈ ਸਹਾਰਾ ਲਿਆ ਜਾ ਸਕਦਾ ਹੈ। ਇਹ ਹੋ ਗਿਆ ਮਾਤਰ ਬਹੁਭਾਸ਼ਾਵਾਦ ਜੀ। ਠੀਕ ਹੈ। ਪ੍ਰਸ਼ਨ ਨੰਬਰ 131 ਦੇਖੋ, ਭਾਸ਼ਾ ਦਾ ਮੁੱਢਲਾ ਰੂਪ ਕਿਹੜਾ ਹੈ ਜੀ? ਸੰਕੇਤ ਭਾਸ਼ਾ, ਵਿਆਕਰਣ, ਲਿਖਤ ਭਾਸ਼ਾ ਤੇ ਮੌਖਿਕ ਭਾਸ਼ਾ। ਸਹੀ ਆਨਸਰ ਹੈ ਇਸ ਦਾ 4th ਆਪਸ਼ਨ ਮੌਖਿਕ ਭਾਸ਼ਾ ਜੀ। ਮੁੱਢਲਾ ਦਾ ਹੋਰ ਵੀ ਬਹੁਤ ਸਾਰੇ ਸ਼ਬਦ ਆ ਜਾਂਦੇ ਆ, ਜਿਵੇਂ ਕਿ ਆਪਾਂ ਨੂੰ ਪਹਿਲਾ, ਭਾਸ਼ਾ ਦਾ ਪਹਿਲਾ ਰੂਪ ਕੀ ਹੈ, ਅਮਲੀ ਰੂਪ ਕੀ ਹੈ, ਜਾਂ ਅਸਲੀ ਰੂਪ ਕੀ ਹੈ, ਜਾਂ ਵਿਵਹਾਰਿਕ ਰੂਪ ਕੀ ਹੈ, ਵਿਵਹਾਰਿਕ ਰੂਪ ਕੀ ਹੈ ਜੀ। ਠੀਕ ਹੈ, ਇਹ ਕੋਈ ਵੀ ਸ਼ਬਦ ਇਹਨਾਂ ਦੇ ਵਿੱਚੋਂ ਆ ਸਕਦਾ ਹੈ, ਮੁੱਢਲਾ, ਪਹਿਲਾ, ਅਮਲੀ, ਅਸਲੀ ਜਾਂ ਵਿਵਹਾਰਿਕ। ਤਾਂ ਕਿਹੜਾ ਰੂਪ ਹੈ ਜੀ? ਮੌਖਿਕ। ਮਤਲਬ ਬੱਚਾ ਸਭ ਤੋਂ ਪਹਿਲਾਂ ਮੌਖਿਕ ਰੂਪ ਦੇ ਵਿੱਚ ਜਿਹੜਾ ਹੈ ਉਚਾਰਨ ਕਰਨਾ ਸਿੱਖਦਾ ਹੈ। ਪ੍ਰਸ਼ਨ ਨੰਬਰ 132 ਦੇਖਦੇ ਹਾਂ, ਮੁੱਢਲੇ ਰੂਪ ਵਿੱਚ ਤੁਸੀਂ ਕਵਿਤਾ ਤੇ ਕਹਾਣੀ ਦੇ ਕਿਹੜੇ ਪੱਖ ਨੂੰ ਸਭ ਤੋਂ ਵੱਧ ਮਹੱਤਵਪੂਰਨ ਮੰਨਦੇ ਹੋ? ਉਹ ਕਦਰਾਂ ਕੀਮਤਾਂ ਆਧਾਰਿਤ ਹੋਣ, ਕਵਿਤਾ ਤੇ ਕਹਾਣੀਆਂ ਸ਼ਬਦਾਵਲੀ ਦੀ ਦ੍ਰਿਸ਼ਟੀ ਤੋਂ ਅਮੀਰ ਹੋਣ, ਵਿਭਿੰਨ ਤਰ੍ਹਾਂ ਦੇ ਮਹੱਤਵਪੂਰਨ ਨਾਵਾਂ ਅਤੇ ਉਚਾਰਨਾਂ ਨੂੰ ਦੁਹਰਾਇਆ ਜਾਵੇ, ਮਹੱਤਵਪੂਰਨ ਲੇਖਕਾਂ ਦੀਆਂ ਕਵਿਤਾਵਾਂ ਅਤੇ ਕਹਾਣੀਆਂ ਜੀ। ਤਾਂ ਸਹੀ ਆਨਸਰ ਹੈ ਇਸ ਦਾ ਦੂਸਰਾ ਆਪਸ਼ਨ, ਕਵਿਤਾਵਾਂ ਅਤੇ ਕਹਾਣੀਆਂ ਦੀ ਸ਼ਬਦਾਵਲੀ ਜਿਹੜੀ ਹੈ ਦ੍ਰਿਸ਼ਟੀ ਅਮੀਰ ਹੋਣੀ ਚਾਹੀਦੀ ਹੈ। ਮਤਲਬ ਉਹਦੀ ਸ਼ਬਦਾਵਲੀ ਜਿਹੜੀ ਹੈ ਵਧੀਆ ਹੋਣੀ ਚਾਹੀਦੀ ਹੈ, ਢੁਕਵੀਂ ਹੋਣੀ ਚਾਹੀਦੀ ਹੈ। ਠੀਕ ਹੈ, ਅਮੀਰ ਜਿਹੜੀ ਹੋਣੀ ਚਾਹੀਦੀ ਹੈ, ਸ਼ੁੱਧ ਤੇ ਸਪਸ਼ਟ ਸ਼ਬਦਾਵਲੀ ਹੋਣੀ ਚਾਹੀਦੀ ਹੈ। ਠੀਕ ਹੈ, ਇਹ ਇਸਦਾ ਜਿਹੜਾ ਹੈ ਮਹੱਤਵਪੂਰਨ ਇਸ ਨੂੰ ਪੱਖ ਨੂੰ ਮੰਨਿਆ ਜਾਂਦਾ ਹੈ। ਪ੍ਰਸ਼ਨ ਨੰਬਰ 133 ਦੇਖਦੇ ਹਾਂ, ਭਾਸ਼ਾ ਵਿੱਚ ਵਿਆਕਰਣ ਦੀ ਸਿਖਲਾਈ ਕਿਸ ਨੂੰ ਸੁਧਾਰਨ ਵਿੱਚ ਸਹਾਇਕ ਹੁੰਦੀ ਹੈ ਜੀ? ਸ਼ੁੱਧਤਾ ਜਾਂ ਪ੍ਰਵਾਹ ਜਾਂ ਸੰਖਿਆਤਮਕਤਾ ਜਾਂ ਸਾਖਰਤਾ। ਤਾਂ ਵਿਆਕਰਣ ਦੀ ਸਿਖਲਾਈ ਜਿਹੜੀ ਹੈ ਉਹ ਭਾਸ਼ਾ ਦੀ ਸ਼ੁੱਧਤਾ ਨੂੰ ਜਿਹੜਾ ਹੈ ਸੁਧਾਰਨ ਵਿੱਚ ਸਹਾਇਕ ਹੁੰਦੀ ਹੈ। ਸ਼ੁੱਧਤਾ ਜਾਂ ਸਪਸ਼ਟਤਾ ਵੀ ਆਪਾਂ ਕਹਿ ਸਕਦੇ ਹਾਂ, ਸ਼ੁੱਧਤਾ ਅਤੇ ਸਪਸ਼ਟਤਾ। ਪ੍ਰਸ਼ਨ ਨੰਬਰ 134 ਦੇਖਦੇ ਹਾਂ, ਲੇਖਨ ਪਰੰਪਰਾ ਵਿੱਚ ਸ਼ਾਮਿਲ ਹੈ ਜੀ। ਕੀ ਸ਼ਾਮਿਲ ਹੈ? ਕਥਾ ਦੇ ਵਿਚਾਰ, ਕਲਪਨਾ, ਚਿੰਨ੍ਹਾਂ ਦਾ ਠੀਕ ਪ੍ਰਯੋਗ ਜਾਂ ਚੰਗੀ ਸ਼ਬਦਾਵਲੀ। ਤਾਂ ਕਥਾ ਦੇ ਜਿਹੜੇ ਵਿਚਾਰ ਹੈ ਇਹ ਸਹੀ ਆਨਸਰ ਇਸ ਦਾ ਆਏਗਾ। ਤਾਂ ਵਿਚਾਰ ਵੱਧ ਤੋਂ ਵੱਧ ਹੋਣੇ ਚਾਹੀਦੇ ਆ ਜੀ, ਕਿਉਂਕਿ ਲੇਖਨ ਪਰੰਪਰਾ ਹੈ। ਜਿਵੇਂ ਕਿ ਆਪਾਂ ਨਿਬੰਧਾਤਮਕ ਗੱਲ ਕਰਦੇ ਹਾਂ, ਨਿਬੰਧ ਦੀ ਗੱਲ ਕਰਦੇ ਹਾਂ, ਤਾਂ ਬੱਚੇ ਦੀ ਜਿਹੜੀ ਸ਼ਬਦਾਵਲੀ ਤਾਂ ਠੀਕ ਹੋਣੀ ਚਾਹੀਦੀ ਹੈ, ਪਰ ਉਸ ਨਾਲੋਂ ਜ਼ਿਆਦਾ ਵਧੀਆ ਹੈ ਕਿ ਉਸਦੇ ਵਿਚਾਰ ਵੀ ਜਿਹੜੇ ਹੈ ਉਹ ਸਹੀ ਤਰਤੀਬ ਦੇ ਵਿੱਚ ਹੋਣੀ ਚਾਹੀਦੀ ਹੈ। ਠੀਕ ਹੈ, ਮਤਲਬ ਪੜ੍ਹਨ ਵਾਲੇ ਨੂੰ ਪਤਾ ਲੱਗੇ ਵੀ ਉਸਦੇ ਵਿੱਚ ਜਿਵੇਂ ਵਿਚਾਰ ਇੱਕ ਵਧੀਆ ਸਿਸਟੇਮੈਟਿਕਲੀ ਉਸਨੇ ਪੇਸ਼ ਕੀਤੇ ਹੈ। ਠੀਕ ਹੈ ਜੀ, ਤਾਂ ਇਸ ਦਾ ਸਹੀ ਆਨਸਰ ਆਏਗਾ ਜੀ ਫਸਟ ਆਪਸ਼ਨ, ਕਥਾ ਦੇ ਵਿਚਾਰ। ਪ੍ਰਸ਼ਨ ਨੰਬਰ 135 ਦੇਖਦੇ ਹਾਂ ਜੀ, ਭਾਸ਼ਾ ਦੇ ਮੁਲਾਂਕਣ ਦਾ ਮੁੱਖ ਉਦੇਸ਼ ਹੋਣਾ ਚਾਹੀਦਾ ਹੈ ਜੀ। ਹਾਂਜੀ, ਭਾਸ਼ਾ ਦਾ ਜਦੋਂ ਮੁਲਾਂਕਣ ਅਧਿਆਪਕ ਕਰਦਾ ਹੈ ਤਾਂ ਉਸ ਦਾ ਮੁੱਖ ਉਦੇਸ਼ ਕੀ ਹੋਣਾ ਚਾਹੀਦਾ ਹੈ? ਸਿੱਖਿਆਰਥੀਆਂ ਦੀ ਗਲਤੀਆਂ ਦੀ ਖੋਜ ਕਰਨੀ, ਸਿੱਖਿਆਰਥੀਆਂ ਦੇ ਪ੍ਰਦਰਸ਼ਨ ਦਾ ਪ੍ਰੋਤਸਾਹਨ ਲਈ ਫੈਸਲਾ ਕਰਨਾ, ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਦਾ ਆਂਕਲਨ ਕਰਨਾ, ਜਾਂ ਗਲਤੀਆਂ ਦਾ ਪਤਾ ਲਗਾ ਕੇ ਸਿੱਖਣ ਦੀ ਘਾਟ ਨੂੰ ਪੂਰਾ ਕਰਨ ਲਈ ਉਪਾਅ ਕਰਨਾ। ਸਹੀ ਆਨਸਰ ਹੈ ਇਸ ਦਾ 4th ਆਪਸ਼ਨ ਕਿ ਬੱਚਿਆਂ ਦੀ ਭਾਸ਼ਾ ਸੰਬੰਧੀ ਗਲਤੀਆਂ ਦਾ ਪਤਾ ਲਗਾ ਕੇ ਸਿੱਖਣ ਦੀ ਘਾਟ ਜਾਂ ਕਮੀ ਨੂੰ ਪੂਰਾ ਕਰਨ ਲਈ ਉਪਾਅ ਜਿਹੜਾ ਹੈ ਕੀਤਾ ਜਾਣਾ ਚਾਹੀਦਾ ਹੈ। ਇਹ ਮੁੱਖ ਉਦੇਸ਼ ਹੋਣਾ ਚਾਹੀਦਾ ਹੈ ਭਾਸ਼ਾ ਦੇ ਮੁਲਾਂਕਣ ਦਾ। ਤਾਂ ਇੱਕ ਬਹੁਤ ਹੀ ਖਾਸ ਜਾਣਕਾਰੀ, ਜਿਹੜੇ ਸਟੂਡੈਂਟਸ ਸੀਟੈਟ ਦੀ ਤਿਆਰੀ ਕਰਨਾ ਚਾਹੁੰਦੇ ਆ ਜੀ, ਕੋਚਿੰਗ ਲੈਣਾ ਚਾਹੁੰਦੇ ਹੈ, ਬਿਲਕੁਲ ਐਸੇ ਹੀ ਤਰੀਕੇ ਨਾਲ ਘਰ ਬੈਠੇ ਹੀ। ਤਾਂ ਅਗਰ ਤੁਸੀਂ ETT ਕੀਤੀ ਹੋਈ ਹੈ ਜੀ, ਜਾਂ ਤੁਸੀਂ ਸੀਟੈਟ ਦੇ ਸੈਕੰਡ ਪੇਪਰ ਦੀ ਤਿਆਰੀ ਕਰਨੀ ਹੈ, ਚਾਹੇ ਤੁਹਾਡਾ ਕੰਬੀਨੇਸ਼ਨ SST ਹੈ, ਚਾਹੇ ਮੈਥ ਸਾਇੰਸ ਹੈ, ਤਾਂ ਸਾਬਰ ਕਲਾਸ ਦੇ ਇਹਨਾਂ ਕੰਟੈਕਟ ਨੰਬਰ ਦੇ ਉੱਪਰ ਤੁਸੀਂ ਆਪਣੀ ਸੀਟ ਜਿਹੜੀ ਹੈ ਬੁੱਕ ਕਰਵਾ ਸਕਦੇ ਹੋ, ਔਰ ਜਲਦੀ ਤੋਂ ਜਲਦੀ ਜਿਹੜਾ ਸੀਟੈਟ ਦਾ ਜਿਹੜਾ ਬੈਚ ਹੈ ਉਸ ਦੇ ਵਿੱਚ ਤੁਸੀਂ ਆਪਣੀ ਕੋਚਿੰਗ ਜਿਹੜੀ ਸ਼ੁਰੂ ਕਰ ਸਕਦੇ ਹੋ ਜੀ। ਇਸ ਦੇ ਨਾਲ ਹੀ ਜਿਹੜੇ ਸਾਥੀ ਬੈਂਕ ਦੀ, SSC ਦੀ, ਰੇਲਵੇ ਦੀ, ਪੋਸਟ ਆਫਿਸ, ਨੈਟ, PS ਟੈਟ, CTET, ਪੰਜਾਬ ਗੌਰਮੈਂਟ ਜੌਬਸ ਤੇ ਕਿਸੇ ਵੀ ਸਬਜੈਕਟ ਤੇ ਮਾਸਟਰ ਕੈਡਰ ਦੀ ਜਿਹੜੀ ਕੋਚਿੰਗ ਲੈਣਾ ਘਰ ਬੈਠੇ ਹੀ ਚਾਹੁੰਦੇ ਆ ਜੀ, ਤਾਂ ਸਾਬਰ ਕਲਾਸ ਦੇ ਵਿੱਚ ਜਲਦੀ ਤੋਂ ਜਲਦੀ ਕੰਟੈਕਟ ਕਰਕੇ ਆਪਣੀ ਕੋਚਿੰਗ ਸ਼ੁਰੂ ਕਰ ਸਕਦੇ ਆ ਜੀ। ਅੱਗੇ ਪਹਿਰਾ ਰਚਨਾ ਇੱਕ ਸ਼ੁਰੂ ਹੁੰਦਾ ਜੀ ਪੇਪਰ ਦੇ ਵਿੱਚ, ਜੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਸ਼ੁਰੂ ਹੁੰਦਾ ਜੀ। ਨਾਮ ਤੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਅੰਗਰੇਜ਼ਾਂ ਵੱਲੋਂ ਈਸਾਈ ਮਿਸ਼ਨ ਲੁਧਿਆਣੇ ਵਿੱਚ 1837 ਈਸਵੀ ਵਿੱਚ ਸਥਾਪਿਤ ਹੋਇਆ। ਇਸ ਮਿਸ਼ਨ ਨੂੰ ਲੁਧਿਆਣਾ ਮਿਸ਼ਨ ਕਿਹਾ ਜਾਂਦਾ ਹੈ। ਇਸ ਮਿਸ਼ਨ ਦੇ ਕਰਮਚਾਰੀ ਈਸਾਈ ਮਤ ਦੇ ਪ੍ਰਚਾਰ ਦੀ ਖਾਤਰ ਹਜ਼ਾਰਾਂ ਮੀਲ ਦਾ ਪੰਧ ਕੱਟ ਕੇ ਭਾਰਤ ਪੁੱਜੇ ਸਨ।
ਪ੍ਰਚਾਰ ਦੀ ਖਾਤਰ ਉਹਨਾਂ ਅੰਦਰ ਬੜਾ ਜੋਸ਼ ਸੀ, ਪਰ ਉਹਨਾਂ ਦੇ ਰਾਸਤੇ ਵਿੱਚ ਕਈ ਕਠਿਨਾਈਆਂ ਸਨ ਜਿਨ੍ਹਾਂ ਨੂੰ ਉਹਨਾਂ ਨੇ ਪਾਰ ਕਰਨਾ ਸੀ। ਇਸ ਮਿਸ਼ਨ ਦਾ ਵੱਡਾ ਕੇਂਦਰ श्री रामपुर सी। किथे सी? श्री रामपुर सी, जिथे मिशन ने अपना छापाखाना कायम किया, जिस विच वो भारत दीआं वख-वख शैलियां बोलियां विच बाइबल छाप के जनता नाल पहुंचाउणा चाहुंदे सन। इस छापेखाने विच छपी पंजाबी बाइबल ही पंजाबी की सब तो पहली प्रकाशना सी, जिहड़ी कि मिशन वल्लों तैयार करवाई गई गुरमुखी टाइप विच सी जी। इस दे पहला नूं आपां पढ़िया जी, तो कुछ गल्लां समझण की कोशिश की है। आओ आपां इस दे सहारे नाल प्रश्नां दे उत्तर डिस्कस करन लगे हां जी। पहले अनुसार पंजाबी की पहली प्रकाशना किहड़ी सी? छापाखाना, गुरमुखी, पंजाबी बाइबल जां टाइम जी? बिल्कुल आखिरी सतरां दे विच इस दे विच गल कीती गई सी, इत्थे ही गल कीती गई है जी। तो इसका सही आंसर है जी दूसरा ऑप्शन, पंजाबी बाइबल जी। इत्थे पंजाबी बाइबल की गल कीती गई सी, ठीक है। गुरमुखी दे विच टाइप हुई सी, प्रकाशन की हुई सी बाइबल जी। तो इसका सही आंसर आएगा जी अपना तीसरा ऑप्शन पंजाबी बाइबल जी। प्रश्न नंबर 137 देखते हैं, मिशन ने अपना छापाखाना कित्थे लगाया जी? लुधियाने, श्री रामपुर, पंजाब ते भारत जी। तो आपां इस दे विचकार बिल्कुल पढ़िया ही सी जी, इत्थे श्री रामपुर जी, ठीक है। इत्थे गल स्पष्ट रूप दे विच कही गई सी। तो इसका सही आंसर है जी दूसरा ऑप्शन श्री रामपुर जी। तो कोई भी स्टूडेंट्स पैराग्राफ नूं शुरू तो लैके अंत तक बिल्कुल ध्यान नाल एकाग्रचित होकर कोई पढ़ लैंदा है तो वो सारे के सारे प्रश्नों के उत्तर ठीक दे सकता है जी। जिहड़ा स्टूडेंट्स कोई ध्यान नाल नहीं पढ़ता तो उसके कुछ क्वेश्चन गलत हो सकते हैं। प्रश्न नंबर आप 138 देखते हैं, ईसाई मिशन का मकसद की सी? भारत विच भ्रमण करना, पंजाब का दौरा करना, महाराजा रणजीत सिंह नूं मिलना जां ईसाई मत का प्रचार करना। तो इसका सही आंसर है जी फोर्थ ऑप्शन, ईसाई मत के प्रचार करने ये जिहड़ा है जी इसका मकसद सी। प्रश्न नंबर 139 देखते हैं, ईसाई मत के प्रचारक किहो जिहे सन? जोशीले, निराश, उदास जां कामचोर जी। तो ये आपां नूं पता ही है बहुत जोशीले सन जी। इहदी गल जिहड़ी है पहला रचना दे विच कीती गई है। प्रश्न नंबर 140 देखते हैं जी, उपरोक्त पैरे का टुकमा सिरलेख चुनो जी। महाराजा रणजीत सिंह, श्री रामपुर, लुधियाना मिशन जां छापाखाना। इसका सही आंसर है जी तीसरा ऑप्शन लुधियाना मिशन। प्रश्न नंबर 141 देखते हैं जी, ईसाई मिशन नूं किसने स्थापित किया? सिखा ने, महाराजा रणजीत सिंह ने, हिंदुआ ने जां अंग्रेजा ने। तो ये गल स्पष्ट रूप से आप पढ़ी है, समझी है जी। इसका सही आंसर है जी फोर्थ ऑप्शन अंग्रेजा ने। प्रश्न नंबर 142, लंबी दूरी तय करके भारत विच कौन आया सी? लुधियाना के नेता, मिशन के कर्मचारी, महाराजा रणजीत सिंह के अहलंकार ते गुरमुखी की रचनाहारी जी। तो सही आंसर है इसका दूसरा ऑप्शन मिशन के कर्मचारी। प्रश्न नंबर 143 देखते हैं जी, ईसाई मिशन वालों छापाखाना लगाउण दा मकसद की सी? लुधियाने विच व्यापार करना, श्री रामपुर के लोगों लई रुकावटां पैदा करना, महाराजा रणजीत सिंह की हेठी करनी, वक्खो वक्खरियां भारती बोलियां विच बाइबल छपाउणी। इसका सही आंसर सी फोर्थ ऑप्शन है जी वक्खो वक्खरियां भारती बोलियां विच बाइबल छापनी। तो देखो जी ये पहला रचना आपां पढ़िया है, इसनूं समझिया है, फिर ही आपां इसके ठीक जिहड़े है उत्तर दे पा रहे हैं जी। अगे एक होर छोटा जिहा पहला रचना है जी, उसनूं भी पढ़ते हैं, उसके भी आपां प्रश्नों के हल करांगे जी। साडे जीवन का एक प्रतख अते बड़ा महान अंग उपजीविका कमाउणा है। ये दृष्टिकोण तो वेख्या पता लगता है कि जिस मनुख जां इस्त्री ने अपनी अवस्था विच अपने आप नूं उपजीविका कमाउण दे योग बनाउण लई घाल नहीं घाली, वो इस खेत्र विच पिछे रह जाता है। जिहड़े किसी व्यवहार जां कारज उत्ते लग के भी मेहनत करन वाले वल्लों अवेसले हो जाण, उन्हां दा इस संसार विच झट नहीं टपदा। निरी उपजीविका कमाउण वास्ते ही जिउणा बहुता उच्चा आदर्श नहीं, मेहनत का मनुखी सुभाव उत्ते अदुੱਤੀ प्रभाव है जी। तो इत्थे उपजीविका कमाउण दी जिहड़ी है महत्वपूर्ण मन्निया गया जी। इस दे प्रश्नां नूं आपां पढ़दे हां। इस पैरे विच वरते गए शब्दां झट नहीं टपदा तो की भाव है जी?
ਪ੍ਰਤੱਖ ਗਿਆਨ ਨਹੀਂ ਹੁੰਦਾ, ਗੁਜ਼ਾਰਾ ਨਹੀਂ ਹੁੰਦਾ, ਮਿਹਨਤ ਨਹੀਂ ਹੁੰਦੀ ਜਾਂ ਆਦਰਸ਼ਕ ਨਹੀਂ ਲੱਗਦਾ ਜੀ। ਝੱਟ ਨਹੀਂ ਟੱਪਦਾ ਦਾ ਆਨਸਰ ਹੈ ਗੁਜ਼ਾਰਾ ਨਹੀਂ ਹੁੰਦਾ, ਆਪਸ਼ਨ ਨੰਬਰ ਦੂਸਰਾ। ਪ੍ਰਸ਼ਨ ਨੰਬਰ 145 ਦੇਖੋ ਜੀ, ਉਪਜੀਵਿਕਾ ਕੀ ਹੈ? ਬੇਈਮਾਨੀ ਜਾਂ ਨਾਫਰਮਾਨੀ ਜਾਂ ਦ੍ਰਿਸ਼ਟੀਕੋਣ ਜਾਂ ਜੀਵਨ ਦਾ ਮਹੱਤਵਪੂਰਨ ਅੰਗ। ਤਾਂ ਉਪਜੀਵਿਕਾ ਨੂੰ ਪਹਿਲਾ ਰਚਨਾ ਦੇ ਵਿੱਚ ਜੀਵਨ ਦਾ ਮਹੱਤਵਪੂਰਨ ਅੰਗ ਕਿਹਾ ਗਿਆ ਜੀ। ਸਹੀ ਆਨਸਰ ਇਸ ਦਾ ਫੋਰਥ ਆਪਸ਼ਨ। ਪ੍ਰਸ਼ਨ ਨੰਬਰ 146 ਪ੍ਰਤੱਖ ਦਾ ਵਿਰੋਧੀ ਸ਼ਬਦ ਚੁਣੋ ਜੀ। ਪ੍ਰਤੱਖ ਹੁੰਦਾ ਸਿੱਧਾ, ਇਸ ਦਾ ਵਿਰੋਧੀ ਸ਼ਬਦ ਕੀ ਦੇਖਦੇ ਆਪਾਂ? ਅਪ੍ਰਤੱਖ, ਆਦਰਸ਼ਕ, ਉਪਜੀਵਿਕਾ ਜਾਂ ਅਵਸਥਾ। ਸਹੀ ਆਨਸਰ ਇਸ ਦਾ ਫਸਟ ਆਪਸ਼ਨ ਅਪ੍ਰਤੱਖ। ਪ੍ਰਸ਼ਨ ਨੰਬਰ 147 ਘਾਲ ਸ਼ਬਦ ਦਾ ਅਰਥ ਦੱਸੋ ਜੀ। ਘਾਲ ਹੁੰਦਾ ਹੈ ਮਿਹਨਤ ਕਰਨਾ ਜੀ, ਠੀਕ ਹੈ। ਭਰੋਸਾ, ਮਿਹਨਤ, ਨਫ਼ਰਤ ਜਾਂ ਰੁਕਾਵਟ। ਸਹੀ ਆਨਸਰ ਇਸ ਦਾ ਦੂਸਰਾ ਆਪਸ਼ਨ ਮਿਹਨਤ ਜੀ। 148 ਨੰਬਰ ਦੇਖਦੇ ਹਾਂ, ਕਿਸ ਨੂੰ ਉੱਚਾ ਆਦਰਸ਼ ਨਹੀਂ ਮੰਨਿਆ ਗਿਆ? ਪਹਿਲਾ ਰਚਨਾ ਦੇ ਅਨੁਸਾਰ ਆਪਾਂ ਇਸ ਦਾ ਉੱਤਰ ਦੇਣਾ ਹੈ ਅਵੇਸਲਾਪਨ, ਦ੍ਰਿਸ਼ਟੀਕੋਣ ਜਾਂ ਉਪਜੀਵਿਕਾ ਜਾਂ ਅਵਸਥਾ ਜੀ। ਇਸ ਦਾ ਸਹੀ ਆਨਸਰ ਹੈ ਜੀ ਤੀਸਰਾ ਆਪਸ਼ਨ, ਉਪਜੀਵਿਕਾ ਨੂੰ ਜਿਹੜਾ ਹੈ ਉੱਚਾ ਆਦਰਸ਼ ਨਹੀਂ ਮੰਨਿਆ ਗਿਆ। ਮਤਲਬ ਸਿਰਫ ਤੋਂ ਸਿਰਫ ਉਪਜੀਵਿਕਾ ਹੋਣਾ ਹੀ ਜੀਵਨ ਦਾ ਉਦੇਸ਼ ਨਹੀਂ ਹੋਣਾ ਚਾਹੀਦਾ। ਪ੍ਰਸ਼ਨ ਨੰਬਰ 149 ਨਾਮ ਸ਼ਬਦ ਹੈ ਜੀ ਆਪਣੇ ਕੋਲੇ ਮਿਹਨਤ ਦਾ ਵਿਸ਼ੇਸ਼ਣ ਚੁਣੋ ਜੀ। ਮਿਹਨਤ ਕਰਨ ਵਾਲਾ, ਮਿਹਨਤਦਾਰ, ਮਿਹਨਤਗੀਰ ਜਾਂ ਮਿਹਨਤੀ। ਤਾਂ ਮਿਹਨਤ ਸ਼ਬਦ ਦਾ ਵਿਸ਼ੇਸ਼ਣ ਸ਼ਬਦ ਹੈ ਫੋਰਥ ਆਪਸ਼ਨ ਮਿਹਨਤੀ। ਤਾਂ ਇਸ ਪੇਪਰ ਦਾ ਲਾਸਟ ਕੁਐਸਚਨ ਜੀ, ਹੇਠ ਲਿਖੇ ਵਿੱਚੋਂ ਸਮਾਸੀ ਸ਼ਬਦ ਚੁਣੋ। ਤਾਂ ਸਮਾਸੀ ਸ਼ਬਦ ਹਰ ਵਾਰ ਪੇਪਰ ਦੇ ਵਿੱਚ ਆ ਜਾਂਦਾ ਹੈ। ਵਿਆਹ ਜਾਂ ਕਾਰਜ ਨਹੀਂ ਜੀ, ਇਹ ਨਹੀਂ ਹੈ। ਆਪਣੇ ਆਪ ਇਹ ਵੀ ਸਹੀ ਨਹੀਂ ਹੈ ਜੀ। ਬੜਾ ਮਹਾਨ ਇਹ ਵੀ ਸਹੀ ਨਹੀਂ ਹੈ ਜੀ। ਬਹੁਤ ਸੌਰੀ, ਆਪਣੇ ਆਪ ਇਸ ਦੇ ਵਿੱਚ ਆਏਗਾ ਜੀ, ਠੀਕ ਹੈ। ਇੱਥੇ ਮੈਂ ਗਲਤੀ ਕੀਤੀ ਹੈ। ਆਪਣੇ ਆਪ ਜਿਹੜਾ ਹੈ ਉਹ ਸਮਾਸੀ ਸ਼ਬਦ ਹੈ ਜੀ, ਕਿਉਂਕਿ ਇਹਦੇ ਵਿੱਚ ਦੋ ਸ਼ਬਦਾਂ ਦਾ ਮੇਲ ਹੈ ਤੇ ਵਿਚਕਾਰ ਕੀ ਆਪਣੇ ਕੋਲੇ ਸਮਾਸੀ ਚਿੰਨ੍ਹ ਜਾਂ ਆਪਾਂ ਗੱਲ ਕਹਿ ਦਿੰਦੇ ਹਾਂ ਜੋੜਨੇ ਵੀ ਲੱਗਿਆ ਹੋਇਆ ਜੀ। ਬਾਕੀ ਦੇ ਵਿੱਚ ਕਿਸੇ ਦੇ ਵਿੱਚ ਕੋਈ ਬੜਾ ਹੀ ਆਸਾਨ ਹੈ ਇਸ ਨੂੰ ਪਾਲਣ ਦੇ ਵਿੱਚ ਕਿ ਬਾਕੀਆਂ ਦੇ ਵਿੱਚ ਚਿੰਨ੍ਹ ਕੋਈ ਲੱਗਿਆ ਨਹੀਂ ਹੋਇਆ, ਠੀਕ ਹੈ। ਔਰ ਨਾ ਹੀ ਇਹ ਸਮਾਸੀ ਸ਼ਬਦ ਵੀ ਹਨ। ਆਪਣੇ ਆਪ ਸਿਰਫ ਆਪਣਾ ਕੀ ਹੈ ਜੀ ਇੱਕ ਸਮਾਸੀ ਸ਼ਬਦ ਹੈ, ਠੀਕ ਸਾਥੀਓ। ਤਾਂ ਇਹ ਸੀ ਆਪਣਾ ਪੇਪਰ। ਕੱਲ ਆਪਾਂ ਇੱਕ ਹੋਰ ਪੇਪਰ ਡਿਸਕਸ ਕਰਾਂਗੇ ਜੀ। ਇਸ ਤੋਂ ਆਪਣੇ ਕੁੱਲ ਪੇਪਰ ਜਿਹੜੇ ਹੋ ਗਏ 10 ਪੇਪਰ ਹੋ ਗਏ ਜੀ ਅੱਜ ਦੇ ਸਮੇਤ, ਠੀਕ ਹੈ। ਧਿਆਨ ਦਿਓ ਦੁਬਾਰੇ, ਅੱਜ ਆਪਾਂ 10ਵਾਂ ਪੇਪਰ ਕਰ ਚੁੱਕੇ ਹਾਂ, ਠੀਕ ਹੈ। ਪੇਪਰ ਫਸਟ ਤੇ ਪੇਪਰ ਸੈਕਿੰਡ ਦੇ ਜਿਹੜੇ ਲਗਾਤਾਰ ਪੇਪਰ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਜੀ। ਲੈਂਗੁਏਜ ਫਸਟ ਵੀ ਤੇ ਲੈਂਗੁਏਜ ਸੈਕਿੰਡ ਡਿਸਕਸ ਕਰ ਚੁੱਕੇ ਹਾਂ ਆਪਾਂ, 10 ਪੇਪਰ ਕਰ ਚੁੱਕੇ ਹਾਂ। ਕੱਲ ਆਪਾਂ 11ਵਾਂ ਪੇਪਰ ਡਿਸਕਸ ਕਰਾਂਗੇ ਜੀ। ਤਾਂ ਜਿਹੜੇ ਸਾਥੀ ਕੋਈ ਸੀਟੈਟ ਦੀ ਕੋਚਿੰਗ ਲੈਣਾ ਚਾਹੁੰਦੇ ਆ ਜੀ, ਤਾਂ ਸਾਵਰ ਕਲਾਸਿਸ ਦੇ ਇਹਨਾਂ ਕੰਟੈਕਟ ਨੰਬਰ ਦੇ ਉੱਪਰ ਤੁਸੀਂ ਜਲਦੀ ਤੋਂ ਜਲਦੀ ਆਪਣੀ ਸੀਟ ਬੁੱਕ ਕਰਵਾ ਕੇ ਕੋਚਿੰਗ ਜਿਹੜੀ ਹੈ ਸ਼ੁਰੂ ਕਰ ਸਕਦੇ ਹੋ ਜੀ। ਔਰ ਆਪਣੀ ਤਿਆਰੀ ਦੇ ਵਿੱਚ ਇੱਕ ਚੰਗੇ ਲੈਵਲ ਦੇ ਉੱਪਰ ਤੁਸੀਂ ਪਹੁੰਚ ਕੇ ਸੀਟੈਟ ਦੇ ਪੇਪਰ ਨੂੰ ਵਧੀਆ ਟ੍ਰਿਕ ਦੇ ਨਾਲ, ਵਧੀਆ ਆਸਾਨੀ ਦੇ ਨਾਲ ਤੁਸੀਂ ਉਸ ਦੇ ਵਿੱਚ ਜਿਹੜਾ ਹੈ ਸਫਲਤਾ ਹਾਸਲ ਕਰ ਸਕਦੇ ਹੋ ਜੀ। ਤਾਂ ਸਾਵਰ ਕਲਾਸ ਦੇ ਵਿੱਚ ਹਰੇਕ ਸਬਜੈਕਟ ਦੇ ਹਰੇਕ ਟੌਪਿਕ ਦੇ ਉੱਪਰ ਜਿਹੜੀ ਹੈ ਥਿਊਰੀ ਕਰਵਾਈ ਜਾਂਦੀ ਹੈ ਜੀ। ਪਹਿਲਾਂ ਸਟੂਡੈਂਟਸ ਨੂੰ ਥਿਊਰੀ ਸਮਝਾਈ ਜਾਂਦੀ ਹੈ ਵੀ ਇਹ ਕਨਸੈਪਟ ਕਲੀਅਰ ਕੀਤੇ ਜਾਂਦੇ ਵੀ ਇਹ ਕਨਸੈਪਟ ਹੈ ਕਿ ਪੂਰੀ ਡਿਟੇਲ ਦੇ ਵਿੱਚ। ਉਸ ਤੋਂ ਬਾਅਦ ਫਿਰ MCQs ਦੀ ਪ੍ਰੈਕਟਿਸ ਕਰਵਾਈ ਜਾਂਦੀ ਹੈ ਜੀ। ਤਾਂ ਇਸੇ ਦੇ ਨਾਲ ਹੀ ਹਰੇਕ ਸਬਜੈਕਟ ਦੀ ਸਟੂਡੈਂਟਸ ਦੀ ਵਧੀਆ ਤਰੀਕੇ ਨਾਲ ਤਿਆਰੀ ਹੋ ਜਾਂਦੀ ਹੈ, ਜੋ ਕਿ ਉਹਨਾਂ ਲਈ ਸਫਲਤਾ ਲਈ ਇੱਕ ਬਹੁਤ ਹੀ ਖਾਸ ਕਦਮ ਹੁੰਦਾ ਹੈ। ਤਾਂ ਸਾਥੀਓ, ਜੇ ਤੁਹਾਨੂੰ ਅੱਜ ਦਾ ਲੈਕਚਰ ਜਿਹੜਾ ਵਧੀਆ ਲੱਗਿਆ ਹੋਵੇ, ਡਿਸਕਸ਼ਨ ਵਧੀਆ ਲੱਗੀ ਹੋਵੇ, ਠੀਕ ਹੈ, ਤਾਂ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ। ਜਿਹੜੇ ਸਾਥੀ ਪਹਿਲੀ ਵਾਰ ਵੀਡੀਓ ਦੇਖ ਰਹੇ ਹਨ ਜੀ, ਤਾਂ ਸਾਵਰ ਕਲਾਸਿਸ ਦੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲੈਣਾ ਜੀ, ਤਾਂ ਜੋ ਉਹਨਾਂ ਨੂੰ ਨਵੀਂ ਨੋਟੀਫਿਕੇਸ਼ਨ ਜਿਹੜੀ ਹੈ ਉਹ ਸਮੇਂ ਸਿਰ ਮਿਲਦੀ ਰਹੇ ਅਤੇ ਉਸ ਦਾ ਤੁਸੀਂ ਫਾਇਦਾ ਉਠਾ ਸਕੋ ਜੀ। ਠੀਕ ਜੀ, ਮਿਲਦੇ ਹਾਂ ਫਿਰ ਆਪਾਂ ਕੱਲ ਇੱਕ ਹੋਰ ਪੇਪਰ ਦੇ ਨਾਲ। ਥੈਂਕ ਯੂ ਵੈਰੀ ਮੱਚ।